परम सन्मानियो गुरुरू गुरु खालसा साध संगत जी। वाहिगुरु जी का खालसा वाहिगुरु जी की फतेह। राजा जनक मिथिलापुरी का राजा सी। ਉਹ बड़ा नेक पुरुष सी, इंसाफ करदा ते जियां उत्ते दया करदा सी। उसदे कोल शिव धनुख सी। ਉਹ ਧਨੁਖ ਦੀ ਪੂਜਾ ਕਰਿਆ ਕਰਦਾ ਸੀ। ਆਏ ਗਏ ਸਾਧੂ ਸੰਤ ਨੂੰ ਪ੍ਰਸ਼ਾਦਾ ਛਕਾ ਕੇ ਫਿਰ ਆਪ ਭੋਜਨ ਕਰਦਾ ਸੀ। ਪਰ ਇੱਕ ਦਿਨ ਇੱਕ ਮਹਾਤਮਾ ਨੇ ਉਸ ਦੇ ਅੱਗੇ ਇੱਕ ਉਲਝਣ ਪੈਦਾ ਕਰ ਦਿੱਤੀ। ਉਹ ਪੁੱਛ ਬੈਠਾ, ਹੇ ਰਾਜਨ, ਆਪਨੇ ਗੁਰੂ ਕਿਸ ਨੂੰ ਧਾਰਨ ਕੀਤਾ ਹੈ? ਇਹ ਸੁਣ ਕੇ ਰਾਜਾ ਸੋਚੀ ਪੈ ਗਿਆ। ਉਸਨੇ ਵਿਚਾਰ ਕਰਕੇ ਉੱਤਰ ਦਿੱਤਾ, ਹੇ ਮਹਾਂਪੁਰਖ, ਮੈਨੂੰ ਯਾਦ ਹੈ ਕਿ ਮੈਂ ਅਜੇ ਤੱਕ ਕਿਸੇ ਨੂੰ ਗੁਰੂ ਧਾਰਨ ਨਹੀਂ ਕੀਤਾ। ਮੈਂ ਤਾਂ ਸ਼ਿਵ ਧਨੁਖ ਦੀ ਪੂਜਾ ਕਰਦਾ ਹਾਂ। ਉਸ ਮਹਾਤਮਾ ਨੇ ਕਿਹਾ, ਤੁਸੀਂ ਗੁਰੂ ਧਾਰਨ ਕਰੋ, ਕਿਉਂਕਿ ਗੁਰੂ ਧਾਰਨ ਬਿਨਾਂ ਕਲਿਆਣ ਨਹੀਂ ਹੋ ਸਕਦੀ ਤੇ ਨਾ ਹੀ ਭਗਤੀ ਸਫਲ ਹੁੰਦੀ ਹੈ। ਆਪ ਧਰਮੀ ਹੋ ਤੇ ਬਹੁਤ ਦਇਆਵਾਨ ਵੀ ਹੋ, ਇਸ ਲਈ ਆਪ ਨੂੰ ਗੁਰੂ ਧਾਰਨ ਕਰਨਾ ਬਣਦਾ ਹੈ। ਰਾਜਾ ਜਨਕ ਨੇ ਕਿਹਾ, ਸਤ ਬਚਨ ਮਹਾਰਾਜ, ਤੇ ਆਪਣਾ ਗੁਰੂ ਧਾਰਨ ਕਰਨ ਲਈ ਉਸਨੇ ਮੰਤਰੀਆਂ ਨਾਲ ਸਲਾਹ ਕੀਤੀ। ਇਹ ਫੈਸਲਾ ਹੋਇਆ ਕਿ ਇੱਕ ਭਾਰੀ ਸਭਾ ਕੀਤੀ ਜਾਏ। ਉਸ ਸਭਾ ਵਿੱਚ ਰਿਖੀ, ਮੁਨੀ, ਪੰਡਤ, ਵੇਦਾਚਾਰੀਆ ਸੱਦੇ ਜਾਣ। ਉਸ ਵਿੱਚੋਂ ਗੁਰੂ ਦੀ ਭਾਲ ਕੀਤੀ ਜਾਏ। ਸਭਾ ਸੱਦੀ ਗਈ। ਸਾਰੇ ਦੇਸ਼ ਵਿੱਚੋਂ ਸਿਆਣੇ ਪੰਡਤ, ਵਿਦਵਾਨ, ਵੇਦਾਚਾਰੀਆ ਆਏ, ਕਿਉਂਕਿ ਰਾਜੇ ਜਨਕ ਨੇ ਗੁਰੂ ਧਾਰਨ ਕਰਨਾ ਸੀ। ਰਾਜੇ ਦਾ ਗੁਰੂ ਹੋਣਾ ਇੱਕ ਮਹਾਨ ਉੱਚ ਪਦਵੀ ਸੀ। ਸਾਰੇ ਸੋਚਦੇ ਸਨ ਕਿ ਕਿਸ ਨੂੰ ਪ੍ਰਾਪਤ ਹੋਏ। ਹਰ ਕੋਈ ਪੂਰੀ ਤਿਆਰੀ ਕਰਕੇ ਆਇਆ ਸੀ। ਸਾਰੇ ਵਿਦਵਾਨ ਆ ਗਏ ਤਾਂ ਰਾਜੇ ਜਨਕ ਨੇ ਉੱਠ ਕੇ ਬੇਨਤੀ ਕੀਤੀ, ਹੇ ਵਿਦਵਾਨ ਤੇ ਬ੍ਰਾਹਮਣ ਜਨੋ, ਇਹ ਤਾਂ ਆਪ ਨੂੰ ਪਤਾ ਲੱਗ ਹੀ ਗਿਆ ਹੈ ਕਿ ਇਹ ਸਭਾ ਇਸ ਵਾਸਤੇ ਸੱਦੀ ਗਈ ਹੈ ਕਿ ਮੈਂ ਗੁਰੂ ਧਾਰਨ ਕਰਨਾ ਹੈ। ਪਰ ਮੇਰੀ ਇੱਕ ਸ਼ਰਤ ਹੈ। ਉਹ ਸ਼ਰਤ ਇਹ ਹੈ ਕਿ ਮੈਂ ਉਸ ਨੂੰ ਧਾਰਨ ਕਰਨਾ ਚਾਹੁੰਦਾ ਹਾਂ ਜਿਹੜਾ ਮੈਨੂੰ ਘੋੜੇ 'ਤੇ ਚੜ੍ਹਨ ਲੱਗਿਆਂ ਰਕਾਬ ਉੱਤੇ ਪੈਰ ਰੱਖਣ ਤੇ ਕਾਠੀ 'ਤੇ ਬੈਠਣ ਤੋਂ ਪਹਿਲਾਂ ਗਿਆਨ ਕਰਾਏ। ਤੁਸਾਂ ਸਾਰੇ ਵਿਦਵਾਨਾਂ, ਵੇਦਾਚਾਰੀਆ ਤੇ ਬ੍ਰਾਹਮਣਾਂ ਵਿੱਚ ਜੇ ਕਿਸੇ ਨੂੰ ਆਪਣੇ ਆਪ 'ਤੇ ਭਰੋਸਾ ਹੈ ਤਾਂ ਉਹ ਅੱਗੇ ਆਏ, ਚੰਦਨ ਦੀ ਚੌਂਕੀ ਉੱਤੇ ਬਿਰਾਜਮਾਨ ਹੋਏ। ਪਰ ਜੇ ਕੋਈ ਚੰਦਨ ਦੀ ਚੌਂਕੀ ਉੱਤੇ ਬੈਠ ਕੇ ਮੈਨੂੰ ਗਿਆਨ ਨਾ ਕਰਾ ਸਕਿਆ ਤਾਂ ਉਸ ਨੂੰ ਦੰਡ ਮਿਲੇਗਾ, ਕਿਉਂਕਿ ਸਭਾ ਵਿੱਚ ਉਸ 'ਤੇ ਵੀ ਆਮ ਲੋਕਾਂ ਨੇ ਹੱਸਣਾ ਹੈ ਤੇ ਮੇਰੀ ਵੀ ਹਾਸੀ ਉੱਡੇਗੀ। ਸੋ ਮੈਂ ਸਭ ਅੱਗੇ ਪ੍ਰਾਰਥਨਾ ਕਰਦਾ ਹਾਂ, ਐਸਾ ਬਲ ਬੁੱਧੀ ਵਾਲਾ ਯੋਗ ਸੱਜਣ ਜ਼ਰੂਰ ਅੱਗੇ ਆਏ। ਇਹ ਬੇਨਤੀ ਕਰਕੇ ਧਰਮੀ ਰਾਜਾ ਜਨਕ ਆਪਣੇ ਆਸਣ ਉੱਤੇ ਬੈਠ ਗਿਆ। ਸਾਰੇ ਵਿਦਵਾਨ ਤੇ ਬ੍ਰਾਹਮਣ ਰਾਜੇ ਦਾ ਅਨੋਖਾ ਐਲਾਨ ਸੁਣ ਕੇ ਇੱਕ ਦੂਸਰੇ ਵੱਲ ਤੱਕਣ ਲੱਗੇ। ਮਨਾਂ ਵਿੱਚ ਝਾਤੀਆਂ ਮਾਰਨ ਲੱਗੇ ਕਿ ਕਿਹੜਾ ਗਿਆਨ ਉਕਤਾ ਸੀ ਜਿਹੜਾ ਰਾਜੇ ਨੂੰ ਇੰਨੇ ਥੋੜ੍ਹੇ ਸਮੇਂ ਵਿੱਚ ਗਿਆਨ ਕਰਾ ਸਕਦਾ ਸੀ। ਸਭ ਦੇ ਦਿਲ ਦਿਮਾਗ ਵਿੱਚ ਇੱਕ ਸੰਗਰਾਮ ਆਰੰਭ ਹੋ ਗਿਆ। ਸਾਰੀ ਸਭਾ ਵਿੱਚ ਚੁੱਪ ਦਾ ਸੰਨਾਟਾ ਛਾ ਗਿਆ। ਰਾਜਾ ਜਨਕ ਦਾ ਗੁਰੂ ਬਣਨਾ, ਮਹਾਨਤਾ ਤੇ ਸਤਿਕਾਰ ਹਾਸਲ ਕਰਨਾ, ਸਭ ਸੋਚਦੇ ਰਹੇ, ਦੇਖਦੇ ਰਹੇ, ਪਰ ਚੰਦਨ ਦੀ ਚੌਂਕੀ ਵੱਲ ਕੋਈ ਨਾ ਹੋਇਆ। ਇਹ ਦੇਖ ਕੇ ਰਾਜੇ ਜਨਕ ਨੂੰ ਚਿੰਤਾ ਹੋ ਗਈ। ਉਹ ਸੋਚਣ ਲੱਗਾ ਕਿ ਉਸ ਦੇ ਰਾਜ ਵਿੱਚ ਐਸਾ ਕੋਈ ਵੀ ਵਿਦਵਾਨ ਨਹੀਂ ਜਿਹੜਾ ਉਸ ਨੂੰ ਗਿਆਨ ਕਰਾ ਸਕੇ। ਉਸਨੇ ਇੱਕ ਵਾਰ ਖੜੇ ਹੋ ਕੇ ਸਭਾ ਵਿੱਚ ਬੈਠੇ ਹੋਏ ਹਰ ਇੱਕ ਵਿਦਵਾਨ ਦੇ ਚਿਹਰੇ ਵੱਲ ਤੱਕਿਆ, ਪਰ ਕਿਸੇ ਨੇ ਵੀ ਅੱਖ ਨਾ ਮਲਾਈ। ਰਾਜਾ ਜਨਕ ਨਿਰਾਸ਼ ਹੋ ਗਿਆ। ਇੰਨੇ ਸਮੇਂ ਵਿੱਚ ਇੱਕ ਬ੍ਰਾਹਮਣ ਉੱਠਿਆ। ਉਸ ਦਾ ਨਾਮ ਅਸ਼ਟਾਵਕਰ ਸੀ। ਉਹ ਚੰਦਨ ਦੀ ਚੌਂਕੀ ਵੱਲ ਵਧਣ ਲੱਗਾ ਤਾਂ ਉਸ ਦਾ ਸਰੀਰਕ ਹੁਲੀਆ ਵੇਖ ਕੇ ਸਾਰੇ ਬ੍ਰਾਹਮਣ ਤੇ ਵਿਦਵਾਨ ਹੱਸ ਪਏ। ਰਾਜਾ ਵੀ ਕੁਝ ਸ਼ਰਮਿੰਦਾ ਹੋਇਆ। ਉਸ ਬ੍ਰਾਹਮਣ ਦੇ ਲੱਕ ਵਿੱਚ 2 ਵਾਲ ਸਨ, ਇੱਕ ਅੱਗੇ ਨੂੰ ਤੇ ਪੇਟ ਪਿੱਛੇ ਨੂੰ ਗਿਆ ਸੀ। ਲੱਤਾਂ ਡਿੱਗੀਆਂ ਸਨ ਤੇ ਹੱਥਾਂ ਦਾ ਤਾਂ ਕੀ ਕਹਿਣਾ। ਇੱਕ ਪੰਜਾ ਹੈ ਨਹੀਂ ਸੀ ਤੇ ਦੂਸਰੇ ਪੰਜੇ ਦੀਆਂ ਉਂਗਲਾਂ ਜੁੜੀਆਂ ਸਨ। ਜ਼ਬਾਨ ਚੱਲਦੀ ਸੀ
ਅੱਖਾਂ ਤੇ ਚਿਹਰਾ ਬਹੁਤ ਖਰਾਬ ਨਹੀਂ ਸੀ। ਉਹ ਅੱਗੇ ਹੋਣ ਲੱਗਾ ਤਾਂ ਮੰਤਰੀ ਨੇ ਉਸ ਨੂੰ ਰੋਕਿਆ। ਉਸਨੇ ਕਿਹਾ, ਮੁੜ ਸੋਚ ਲੈ, ਰਾਜੇ ਦੀ ਤਸੱਲੀ ਨਾ ਹੋਈ ਤਾਂ ਮ੍ਰਿਤੂ ਦੰਡ ਮਿਲੇਗਾ। ਇਹ ਕੋਈ ਮਖੌਲ ਨਹੀਂ, ਇਹ ਰਾਜੇ ਜਨਕ ਦੀ ਸਭਾ ਹੈ। ਅਸ਼ਟਾਵਕਰ ਬੋਲਿਆ, ਹੇ ਮੰਤਰੀ, ਇਹ ਗੱਲ ਤੁਸਾਂ ਨੂੰ ਆਖਣ ਦਾ ਇਸ ਵਾਸਤੇ ਹੌਸਲਾ ਪਿਆ ਹੈ ਕਿ ਮੈਂ ਸਰੀਰ ਕਰਕੇ ਕੋਝਾ ਹਾਂ। ਹੋ ਸਕਦਾ ਹੈ ਗਰੀਬ ਤੇ ਨਿਥਾਵਾਂ ਹੋਵਾਂ। ਆਪ ਦੇ ਮਨ ਵਿੱਚ ਇਹ ਵੀ ਭਰਮ ਆਇਆ ਹੋਵੇਗਾ ਕਿ ਸ਼ਾਇਦ ਮੈਂ ਲਾਲਚ ਕਰਕੇ ਅੱਗੇ ਵਧਣ ਲੱਗਾ ਹਾਂ। ਇਸ ਤੋਂ ਪ੍ਰਤੀਤ ਹੁੰਦਾ ਹੈ ਜਿਵੇਂ ਇਸ ਭਰੀ ਸਭਾ ਵਿੱਚ ਕੋਈ ਵੀ ਗਿਆਨੀ ਨਹੀਂ ਹੈ, ਕੋਈ ਰਾਜੇ ਦਾ ਗੁਰੂ ਬਣਨ ਦੀ ਸਮਰੱਥਾ ਨਹੀਂ ਰੱਖਦਾ। ਤੈਸੇ ਆਪ ਵੀ ਅਗਿਆਨੀ ਹੋ। ਆਪ ਨੇ ਆਪਣੇ ਵਰਗੇ ਅਗਿਆਨੀਆਂ ਸੱਜਣਾਂ ਨੂੰ ਹੀ ਸੱਦਿਆ ਹੈ। ਪਰ ਮੈਂ ਸਾਰਿਆਂ ਨੂੰ ਪੁੱਛਦਾ ਹਾਂ ਕਿ ਕੀ ਗਿਆਨ ਦਾ ਸੰਬੰਧ ਆਤਮਾ ਤੇ ਦਿਮਾਗ ਨਾਲ ਹੈ ਜਾਂ ਕਿਸੇ ਦੇ ਸਰੀਰ ਨਾਲ ਹੈ? ਜੋ ਸੁੰਦਰ ਸਰੀਰਾਂ ਵਾਲੇ ਤਿਲਕਧਾਰੀ, ਉੱਚ ਕੁੱਲ, ਚੰਗੇ ਲਿਬਾਸ ਵਾਲੇ ਬੈਠੇ ਹਨ, ਉਹ ਅੱਗੇ ਕਿਉਂ ਨਹੀਂ ਆਉਂਦੇ? ਅਸ਼ਟਾਵਕਰ ਦੀਆਂ ਇਹ ਗੱਲਾਂ ਸੁਣ ਕੇ ਸਭ ਸੋਚੀ ਕਿਉਂ ਪਏ ਹਨ। ਮੇਰੇ ਸਰੀਰ ਵੱਲ ਵੇਖ ਕੇ ਹੱਸਦਿਆਂ ਸ਼ਰਮ ਨਹੀਂ ਆਉਂਦੀ ਕਿ ਸਰੀਰ ਈਸ਼ਵਰ ਦੀ ਮਾਇਆ ਰਚਿਤ ਹੈ। ਉਸਨੇ ਚੰਗਾ ਰਚਿਆ ਹੈ ਜਾਂ ਮਾੜਾ। ਜਿਨ੍ਹਾਂ ਨੂੰ ਤਨ ਦਾ ਅਭਿਮਾਨ ਹੈ, ਉਹਨਾਂ ਨੂੰ ਗਿਆਨ ਅਭਿਮਾਨ ਨਹੀਂ ਹੋ ਸਕਦਾ। ਅਸ਼ਟਾਵਕਰ ਗੁੱਸੇ ਨਾਲ ਬੋਲਿਆ। ਉਸ ਦੀਆਂ ਗੱਲਾਂ ਸੁਣ ਕੇ ਸਾਰੇ ਤਿਲਕਧਾਰੀ ਰਾਜ ਬ੍ਰਾਹਮਣ ਸ਼ਰਮਾ ਗਏ। ਉਹਨਾਂ ਨੂੰ ਆਪਣੀ ਭੁੱਲ ਉੱਤੇ ਬਹੁਤ ਪਛਤਾਵਾ ਲੱਗਾ। ਰਾਜਾ ਜਨਕ ਅੱਗੇ ਵਧਿਆ। ਉਸਨੇ ਹੱਥ ਜੋੜ ਕੇ ਆਖਿਆ, ਆਓ ਮਹਾਰਾਜ, ਆਪ ਨੂੰ ਜੇ ਆਪਣੇ ਆਪ ਤੇ ਭਰੋਸਾ ਹੈ ਤਾਂ ਠੀਕ ਹੈ, ਮੇਰੀ ਤਸੱਲੀ ਕਰਾ ਦਿਓ। ਅਸ਼ਟਾਵਕਰ ਚੰਦਨ ਦੀ ਚੌਂਕੀ ਉੱਤੇ ਬਿਰਾਜਮਾਨ ਹੋ ਗਿਆ। ਉਸ ਵੇਲੇ ਰਾਜੇ ਨੇ ਘੋੜਾ ਮੰਗਵਾਇਆ। ਉਹ ਘੋੜਾ ਮੰਗਵਾਇਆ ਜਿਹੜਾ ਹਵਾ ਨਾਲ ਗੱਲਾਂ ਕਰਨ ਵਾਲਾ ਸੀ। ਸਾਜ਼ ਨਾਲ ਲਗਾਮ ਬਹੁਤ ਪੱਕੀ ਸੀ। ਅਸ਼ਟਾਵਕਰ ਨੇ ਘੋੜੇ ਵੱਲ ਤੱਕਿਆ, ਮੁੜ ਰਾਜੇ ਜਨਕ ਵੱਲ ਵੇਖ ਕੇ ਆਖਣ ਲੱਗਾ, ਹੇ ਰਾਜਨ, ਜੇ ਮੈਂ ਤੁਹਾਨੂੰ ਗਿਆਨ ਕਰਵਾਤਾ ਤਾਂ ਤੁਸੀਂ ਮੇਰੇ ਚੇਲੇ ਬਣ ਜਾਣਾ ਹੈ। ਰਾਜੇ ਜਨਕ ਨੇ ਉੱਤਰ ਦਿੱਤਾ, ਇਹ ਤਾਂ ਜ਼ਰੂਰੀ ਗੱਲ ਹੈ। ਅਸ਼ਟਾਵਕਰ ਨੇ ਕਿਹਾ, ਜਦੋਂ ਮੈਂ ਗੁਰੂ ਹੋ ਗਿਆ ਤੇ ਤੁਸੀਂ ਚੇਲੇ, ਤਾਂ ਜ਼ਰੂਰੀ ਹੈ ਕਿ ਮੈਨੂੰ ਦਖਣਾ ਮਿਲੇਗੀ। ਰਾਜੇ ਜਨਕ ਨੇ ਕਿਹਾ, ਇਹ ਵੀ ਠੀਕ ਹੈ ਮਹਾਰਾਜ, ਆਪ ਨੂੰ ਦਖਣਾ ਮਿਲਣੀ ਚਾਹੀਦੀ ਹੈ। ਅਸ਼ਟਾਵਕਰ ਨੇ ਫੇਰ ਕਿਹਾ, ਕਿਉਂਕਿ ਮੈਂ ਆਪ ਨੂੰ ਗਿਆਨ ਉਪਦੇਸ਼ ਉਸ ਵੇਲੇ ਦੇਣਾ ਹੈ ਜਦੋਂ ਆਪ ਨੇ ਰਕਾਬ ਉੱਤੇ ਪੈਰ ਰੱਖਣਾ ਹੈ। ਮੁੜ ਤੁਸਾਂ ਨੇ ਘੋੜਾ ਨਠਾ ਕੇ ਦੂਰ ਨਿਕਲ ਜਾਣਾ ਹੈ। ਇਸ ਲਈ ਦਖਣਾ ਪਹਿਲਾਂ ਦਿਓ, ਪਰ ਹੋਵੇ ਤਨ, ਮਨ ਤੇ ਧਨ ਵਿੱਚੋਂ ਕਿਸੇ ਇੱਕ ਵਸਤੂ ਦੀ ਪਹਿਲਾਂ ਦਖਣਾ ਮਿਲਣੀ ਚਾਹੀਦੀ ਹੈ। ਰਾਜਾ ਜਨਕ ਸੋਚੀ ਪੈ ਗਿਆ ਕਿ ਗੱਲ ਤਾਂ ਠੀਕ ਹੈ, ਦਖਣਾ ਤਾਂ ਪਹਿਲਾਂ ਦੇਣੀ ਪਵੇਗੀ, ਪਰ ਤਨ, ਮਨ ਤੇ ਧਨ ਵਿੱਚੋਂ ਕਿਸ ਵਸਤੂ ਦੀ? ਤਿੰਨਾਂ ਦਾ ਸੰਬੰਧ ਜੀਵਨ ਨਾਲ ਹੈ। ਜੇ ਇੱਕ ਚੀਜ਼ ਵੀ ਘਟ ਜਾਏ ਤਾਂ ਨੁਕਸਾਨ ਹੁੰਦਾ ਹੈ, ਜੀਵਨ ਸੁੱਖ ਨਹੀਂ ਰਹਿੰਦੇ। ਇਹ ਅਨੋਖਾ ਰਿਸ਼ੀ ਹੈ ਤੇ ਇਸ ਦੀਆਂ ਗੱਲਾਂ ਅਨੋਖੀਆਂ ਹਨ। ਰਾਜਾ ਸੋਚਦਾ ਰਿਹਾ, ਪਰ ਉਸ ਨੂੰ ਕੋਈ ਵੀ ਗੱਲ ਨਾ ਔੜੀ। ਉਹ ਫੈਸਲਾ ਨਾ ਕਰ ਸਕਿਆ। ਰਾਜੇ ਜਨਕ ਨੇ ਕਿਹਾ, ਮਹਾਰਾਜ ਜੀ, ਮੈਨੂੰ ਰਾਜ ਭਵਨ ਵਿੱਚ ਜਾਣ ਦੀ ਆਗਿਆ ਬਖਸ਼ੀ ਜਾਏ। ਮੈਂ ਮੁੜ ਆ ਕੇ ਆਪ ਨੂੰ ਅਰਜ਼ ਕਰਾਂਗਾ ਕਿ ਦਖਣਾ ਕਿਸ ਵਸਤੂ ਦੀ ਦੇ ਸਕਦਾ ਹਾਂ। ਅਸ਼ਟਾਵਕਰ ਨੇ ਆਗਿਆ ਦਿੱਤੀ, ਆਪ ਜਾ ਸਕਦੇ ਹੋ। ਇਹ ਸੁਣ ਕੇ ਸਾਰੀ ਸਭਾ ਵਿੱਚ ਸੰਨਾਟਾ ਛਾ ਗਿਆ। ਸਾਰੇ ਵਿਦਵਾਨ ਸੋਚੀ ਪੈ ਗਏ ਕਿ ਕਰੂਪ ਬ੍ਰਾਹਮਣ ਜ਼ਰੂਰ ਗੁਣੀ ਹੈ। ਰਾਜਾ ਜਨਕ ਰਾਜ ਭਵਨ ਵੱਲ ਚਲਾ ਗਿਆ ਤੇ ਅਸ਼ਟਾਵਕਰ ਚੰਦਨ ਦੀ ਚੌਂਕੀ ਉੱਤੇ ਬਿਰਾਜ ਗਿਆ। ਉਸ ਦੀ ਪੂਜਾ ਹੋਣ ਲੱਗੀ, ਜਿਵੇਂ ਕਿ ਗੁਰੂ ਧਾਰਨ ਕਰਨ ਤੋਂ ਪਹਿਲਾਂ ਗੁਰੂ ਪੂਜਾ ਕਰਨੀ ਪੈਂਦੀ ਸੀ। ਰਾਜਾ ਜਨਕ ਆਪਣੀ ਰਾਣੀ ਕੋਲ ਗਿਆ। ਰਾਜਾ ਜਨਕ ਨੇ ਕਿਹਾ, ਜਿਸ ਨੂੰ ਮੈਂ ਗੁਰੂ ਧਾਰਨ ਕਰਨ ਲੱਗਾ ਹਾਂ, ਉਹ ਤਿੰਨਾਂ ਤਨ, ਮਨ ਤੇ ਧਨ ਵਿੱਚੋਂ ਇੱਕ ਨੂੰ ਦਖਣਾ ਵਿੱਚ ਮੰਗਦਾ ਹੈ। ਦੱਸੋ ਕੀ ਦਿਆਂ, ਕਿਉਂਕਿ ਤੁਸੀਂ ਦੁੱਖ ਸੁੱਖ ਦੇ ਭਾਈਵਾਲ ਹੋ। ਰਾਣੀ ਸੁਣ ਕੇ ਸੋਚੀ ਪੈ ਗਈ। ਕੁਝ ਚਿਰ ਸੋਚ ਕੇ ਉਸਨੇ ਕਿਹਾ, ਹੇ ਰਾਜਨ, ਜੇ ਧਨ ਦਾਨ ਕੀਤਾ ਤਾਂ ਦੁੱਖ ਹੋਏਗਾ, ਗਰੀਬੀ ਆਏਗੀ, ਤੇ ਤਨ ਕੀਤਾ ਤਾਂ ਕਸ਼ਟ ਉਠਾਉਣਾ ਪਏਗਾ। ਚੰਗਾ ਤਾਂ ਇਹ ਹੈ ਕਿ ਆਪ ਦਖਣਾ ਵਿੱਚ
ਆਪਣਾ ਮਨ ਦੇ ਦਿਓ। ਮਨ ਦੇ ਦੇਣ ਨਾਲ ਕੋਈ ਐਸਾ ਕਸ਼ਟ ਨਹੀਂ ਹੋਣ ਲੱਗਾ। ਰਾਜਾ ਜਨਕ ਸੋਚਣ ਲੱਗਾ ਕਿ ਰਾਣੀ ਨੇ ਜੋ ਸਲਾਹ ਦਿੱਤੀ ਹੈ ਉਹ ਠੀਕ ਹੈ ਜਾਂ ਨਹੀਂ, ਪਰ ਸੋਚ ਕੇ ਉਹ ਵੀ ਇਸੇ ਸਿੱਟੇ ਤੇ ਪੁੱਜਾ ਤੇ ਸਭਾ ਵਿੱਚ ਆ ਕੇ ਉਸਨੇ ਹੱਥ ਜੋੜ ਕੇ ਅਸ਼ਟਾਵਕਰ ਨੂੰ ਆਖਿਆ, ਮੈਂ ਗੁਰਦਿੱਖਿਆ ਵਿੱਚ ਆਪਣਾ ਮਨ ਅਰਪਣ ਕਰਦਾ ਹਾਂ। ਹੁਣ ਤੋਂ ਮੇਰੇ ਮਨ ਤੇ ਆਪ ਦਾ ਅਧਿਕਾਰ ਹੋਇਆ। ਅਸ਼ਟਾਵਕਰ ਨੇ ਕਿਹਾ, ਚਲੋ ਠੀਕ ਹੈ, ਹੁਣ ਤੁਸੀਂ ਘੋੜੇ ਤੇ ਚੜ੍ਹਨ ਦੀ ਤਿਆਰੀ ਕਰੋ। ਮਨ ਮੇਰਾ ਹੈ ਤੇ ਮੇਰੇ ਆਖੇ ਲੱਗੇਗਾ। ਅਸ਼ਟਾਵਕਰ ਨੇ ਆਗਿਆ ਕੀਤੀ। ਸਭਾ ਵਿੱਚ ਬੈਠੇ ਸਭ ਹੈਰਾਨ ਹੋ ਗਏ ਕਿ ਰਾਜਾ ਜਨਕ ਦਾ ਗੁਰੂ ਬਣਨ ਲੱਗਾ ਹੈ। ਕੈਸੇ ਕਰੂਪ ਬੰਦੇ ਦੇ ਭਾਗ ਜਾਗ ਪਏ। ਜਿਵੇਂ ਹੀ ਰਾਜਾ ਘੋੜੇ ਉੱਤੇ ਚੜ੍ਹਨ ਲੱਗਾ, ਅਜੇ ਰਕਾਬ ਵਿੱਚ ਪੈਰ ਰੱਖਿਆ ਹੀ ਸੀ ਕਿ ਅਸ਼ਟਾਵਕਰ ਬੋਲਿਆ, ਰਾਜਨ, ਮੇਰੇ ਮਨ ਦੀ ਇੱਛਾ ਨਹੀਂ ਕਿ ਘੋੜੇ ਉੱਤੇ ਚੜ੍ਹੇ। ਰਾਜੇ ਨੇ ਉਸ ਵੇਲੇ ਰਕਾਬ ਤੋਂ ਪੈਰ ਚੁੱਕ ਕੇ ਧਰਤੀ ਤੇ ਰੱਖ ਦਿੱਤਾ ਅਤੇ ਅਸ਼ਟਾਵਕਰ ਵੱਲ ਵੇਖਣ ਲੱਗ ਪਿਆ। ਘੋੜੇ ਉੱਤੇ ਚੜ੍ਹਨ ਦੀ ਉਸਦੇ ਮਨ ਦੀ ਇੱਛਾ ਦੂਰ ਹੋ ਗਈ। ਉਸ ਵੇਲੇ ਅਸ਼ਟਾਵਕਰ ਨੇ ਦੂਸਰੀ ਵਾਰ ਆਖਿਆ, ਰਾਜਨ, ਮੇਰਾ ਮਨ ਚਾਹੁੰਦਾ ਹੈ ਉਦਾਲੇ ਦਾ ਲਿਬਾਸ ਉਤਾਰ ਦਿੱਤਾ ਜਾਏ। ਰਾਜਾ ਜਨਕ ਉਸੇ ਵੇਲੇ ਕੱਪੜੇ ਲਾਉਣ ਲੱਗਾ ਤਾਂ ਉਸ ਨੂੰ ਗਿਆਨ ਹੋਇਆ, ਮਨ ਉੱਤੇ ਕਾਬੂ ਪਾਉਣਾ, ਮਨ ਪਿੱਛੇ ਆਪ ਨਾ ਲੱਗਣਾ ਹੀ ਸੁੱਖਾਂ ਦਾ ਗਿਆਨ ਹੈ। ਮਨ ਭਟਕਦਾ ਰਹਿੰਦਾ ਹੈ। ਉਸਨੇ ਉਸੇ ਵੇਲੇ ਅਸ਼ਟਾਵਕਰ ਦੇ ਚਰਨਾਂ ਉੱਤੇ ਮੱਥਾ ਟੇਕ ਦਿੱਤਾ ਤੇ ਆਖਿਆ, ਤੁਸੀਂ ਮੇਰੇ ਗੁਰੂ ਹੋਏ। ਉਸੇ ਵੇਲੇ ਖੁਸ਼ੀ ਦੇ ਮੰਗਲਾਚਾਰ ਹੋਣ ਲੱਗ ਪਏ। ਯੱਗ ਸ਼ੁਰੂ ਹੋ ਗਿਆ। ਵੱਡੇ ਵੱਡੇ ਬ੍ਰਾਹਮਣਾਂ ਨੂੰ ਅਸ਼ਟਾਵਕਰ ਦੇ ਚਰਨੀ ਲੱਗਣਾ ਪਿਆ। ਰਾਜਾ ਜਨਕ ਬਾਰੇ ਭਾਈ ਗੁਰਦਾਸ ਜੀ ਨੇ ਵੀ ਆਪਣੀ ਵਾਰ ਵਿੱਚ ਇਉਂ ਲਿਖਿਆ ਹੈ, ਭਗਤ ਵੱਡਾ ਰਾਜਾ ਜਨਕ ਹੈ, ਗੁਰਮੁਖ ਮਾਇਆ ਵਿੱਚ ਉਦਾਸੀ, ਦੇਵ ਲੋਕ ਨੂੰ ਚੱਲਿਆ, ਗਣ ਗੰਧਰਵ ਸਭਾ ਸੁਖਵਾਸੀ, ਜੰਪੁਰ ਗਿਆ ਪੁਕਾਰ ਸੁਣ, ਵਿਲ ਲਾਵਣ ਜੀ ਨਰਕ ਨਿਵਾਸੀ, ਧਰਮ ਰਾਏ ਨੂੰ ਆਖਿਓਣ, ਸਭਨਾ ਕੀ ਕਰ ਬੰਦ ਖਲਾਸੀ, ਕਰੇ ਬੇਨਤੀ ਧਰਮ ਰਾਏ, ਹੋਂ ਸੇਵਕ ਠਾਕੁਰ ਅਬਿਨਾਸੀ, ਗਹਿਣੇ ਧਰਿਅਨ ਏਕ ਨਾਉ, ਪਾਪਾਂ ਨਾਲ ਕਰੈ ਨਿਰਜਾਸੀ, ਪਾ ਸੰਗ ਪਾਪ ਨਾ ਪੁੱਜਣੀ, ਗੁਰਮੁਖ ਨਾਉ ਅਤੁਲ ਨਾ ਤੁਲਾਸੀ, ਨਰਕੋਂ ਛੁੱਟੇ ਜੀ ਜੰਤ, ਕੱਟੀ ਗਲੋਂ ਸਿਲਕ ਜਮ ਫਾਸੀ, ਮੁਕਤ ਜੁਗਤ ਨਾਵੇਂ ਦੀ ਦਾਸੀ। ਰਾਜਾ ਜਨਕ ਵੱਡਾ ਪ੍ਰਤਾਪੀ ਹੋਇਆ ਹੈ ਜਿਹੜਾ ਮਾਇਆ ਵਿੱਚ ਉਦਾਸ ਸੀ। ਗੁਰੂ ਧਾਰਨ ਕਰਨ ਪਿੱਛੋਂ ਉਸਨੇ ਬਹੁਤ ਭਗਤੀ ਕੀਤੀ। ਮਨ ਨੂੰ ਐਸਾ ਬਣਾ ਲਿਆ ਕਿ ਮਾਇਆ ਦਾ ਕੋਈ ਵੀ ਅੰਗ ਉਸ ਉੱਤੇ ਅਸਰ ਨਹੀਂ ਸੀ ਕਰਦਾ। ਮੋਹ ਮਾਇਆ, ਲਾਲਚ, ਹੰਕਾਰ ਤੇ ਵਾਸ਼ਨਾ, ਕਾਮ ਦਾ ਜੋਸ਼ ਵੀ ਉਸਦੇ ਮਨ ਦੀ ਇੱਛਾ ਅਨੁਸਾਰ ਹੋ ਗਿਆ। ਉਹ ਰਾਜਾ ਭਗਤ ਬਣ ਗਿਆ। ਇੱਕ ਦਿਨ ਉਸਦੇ ਮਨ ਆਈ, ਆਖਰ ਮੈਂ ਭਗਤੀ ਕਰਦਾ ਹਾਂ, ਕੀ ਪਤਾ ਭਗਤੀ ਦਾ ਅਸਰ ਹੋਇਆ ਹੈ ਕਿ ਨਹੀਂ, ਕਿਉਂ ਨਾ ਪਰਖ ਕੇ ਦੇਖ ਲਵਾਂ। ਗੱਲ ਤਾਂ ਹਉਮੈ ਵਾਲੀ ਸੀ, ਪਰ ਉਸਦੇ ਮਨ ਆ ਗਈ, ਜੋ ਜੀ ਆਵੇ ਉਹ ਹੋ ਜਾਂਦਾ ਹੈ। ਇੱਕ ਦਿਨ ਰਾਜੇ ਨੇ ਅਨੋਖਾ ਹੀ ਕੌਤਕ ਰਚਿਆ। ਉਸਨੇ ਇੱਕ ਤੇਲ ਦਾ ਕੜਾਹਾ ਗਰਮ ਕਰਾਇਆ। ਉਸ ਛੋਟੇ ਕੜਾਹੇ ਦੇ ਕੋਲ ਇੱਕ ਬਿਸਤਰਾ ਕਰਾ ਕੇ ਉਸ ਉੱਤੇ ਆਪਣੀ ਸਭ ਤੋਂ ਸੁੰਦਰ ਇਸਤਰੀ ਨੂੰ ਆਖਿਆ ਕਿ ਉਹ ਲੇਟ ਜਾਵੇ। ਜਦੋਂ ਲੇਟ ਗਈ ਤਾਂ ਰਾਜਾ ਜਨਕ ਨੇ ਇੱਕ ਪੈਰ ਕੜਾਹੇ ਵਿੱਚ ਰੱਖਿਆ ਤੇ ਇੱਕ ਉਸ ਰਾਣੀ ਦੀ ਹਿੱਕ ਉੱਤੇ ਉਹ ਅਡੋਲ ਖਲੋਤਾ ਰਿਹਾ। ਅੱਗ ਨੇ ਉਸ ਨੂੰ ਸੇਕ ਨਾ ਲਾਇਆ ਅਤੇ ਰਾਣੀ ਦੀ ਸੁੰਦਰਤਾ ਪੈਰ ਰਾਹੀਂ ਸਰੀਰ ਦੇ ਸਪਰਸ਼ ਨੇ ਉਸਦੇ ਲਹੂ ਨੂੰ ਨਾ ਗਰਮਾਇਆ। ਗਰਮ ਤੇਲ ਉਬਲਦਾ ਸੀ ਤੇ ਰਾਣੀ ਦੀ ਜਵਾਨੀ ਦੁਪਹਿਰ ਵਿੱਚ ਸੀ। ਲੋਕ ਦੇਖ ਕੇ ਰਾਜੇ ਜਨਕ ਦੀ ਜੈ ਬੋਲਣ ਲੱਗੇ। ਉਹ ਧਰਮਾਤਮਾ ਵੱਡਾ ਭਗਤ ਹੋ ਗਿਆ ਹੈ। ਉਸਦੇ ਪਿੱਛੋਂ ਰਾਜੇ ਨੂੰ ਕਦੀ ਵੀ ਮਾਇਆ ਨੇ ਨਾ ਗਰਸਿਆ। ਵੱਡੇ ਪ੍ਰਤਾਪੀ ਰਾਜੇ ਜਨਕ ਦੀ ਕਥਾ ਬਹੁਤ ਵੱਡੀ ਹੈ। ਜੇ ਪੂਰਾ ਬਿਆਨ ਕਰਨ ਲੱਗੀਏ ਤਾਂ ਗ੍ਰੰਥਾਂ ਦੇ ਗ੍ਰੰਥ ਬਣਦੇ ਤੁਰੇ ਜਾਣ। ਭਗਤ ਦੀਆਂ ਕਥਾਵਾਂ ਨਾ ਮੁੱਕਣ। ਰਾਜੇ ਜਨਕ ਦਾ ਅੰਤਕਾਲ ਆ ਗਿਆ। 5 ਭੂਤਕ ਸਰੀਰ ਨੂੰ ਛੱਡ ਕੇ ਅਗਲੀ ਦੁਨੀਆ ਵੱਲ ਜਾਣਾ ਸੀ। ਸਰੀਰ ਨੂੰ ਜਿਉਂ ਹੀ ਆਤਮਾ ਨੇ ਛੱਡਿਆ ਤਾਂ ਕੁਦਰਤ ਵੱਲੋਂ ਆਪੇ ਹੀ ਬੇਅੰਤ ਅਣਡਿੱਠ ਸੰਖ ਵੱਜਣ ਲੱਗ ਪਏ। ਨਰਸਿੰਘੇ ਬੋਲੇ, ਮੰਗਲਾਚਾਰ ਦੀਆਂ ਧੁਨੀਆਂ ਉਤਪੰਨ ਹੋਈਆਂ। ਆਖਦੇ ਹਨ, ਦੇਵਤੇ ਅਤੇ ਗੰਧਰਵ ਆਏ,
ਅਪਸ਼ਰਾਂ ਆਈਆਂ, ਭਗਤ ਜਨ ਤੇ ਨੇਕ ਰੂਹਾਂ ਦੇ ਦਲ ਸਵਾਗਤ ਕਰਨ ਲਈ ਆਏ। ਆਖਦੇ ਹਨ ਕਿ ਜਨਕ ਨੇ ਜੋ ਭਗਤੀ ਦਾ ਵਿਖਾਵਾ ਕੀਤਾ ਸੀ ਉਹ ਵਾਹਿਗੁਰੂ ਦੇ ਦਰ ਉੱਤੇ ਹਉਮੈ ਲਿਖਿਆ ਗਿਆ। ਜਦੋਂ ਦੇਵਤੇ ਲੈਣ ਆਏ ਤਾਂ ਵਾਹਿਗੁਰੂ ਨੇ ਹੁਕਮ ਕੀਤਾ, ਹੇ ਦੇਵਤਿਓ, ਰਾਜੇ ਜਨਕ ਨੂੰ ਨਰਕਾਂ ਵਾਲੇ ਰਸਤੇ ਦੇਵਪੁਰੀ ਲਿਆਉਣਾ, ਕਿਉਂਕਿ ਉਸਦੇ ਥੋੜ੍ਹੇ ਹਉਮੈ ਦਾ ਫਲ ਉਸ ਨੂੰ ਜ਼ਰੂਰ ਮਿਲੇ। ਇਨਸਾਫ ਹੁੰਦਾ ਹੈ, ਇੱਥੇ ਬੇਇਨਸਾਫੀ ਨਹੀਂ ਹੋ ਸਕਦੀ। ਬਸ ਇੰਨਾ ਹੀ ਕਾਫੀ ਹੈ। ਉਸ ਦਾ ਫੁੱਲਾਂ ਵਾਲਾ ਬਿਬਾਨ ਉੱਥੋਂ ਦੀ ਆਏ। ਜਿਵੇਂ ਵਾਹਿਗੁਰੂ ਦਾ ਹੁਕਮ ਸੀ ਤਿਵੇਂ ਹੀ ਸਭ ਨੇ ਮੰਨਣਾ ਸੀ। ਦੇਵਤਿਆਂ ਨੇ ਰਾਜੇ ਜਨਕ ਦਾ ਜਲੂਸ ਨਰਕਾਂ ਵੱਲ ਮੋੜ ਲਿਆ। ਜਦੋਂ ਨਰਕ ਆਏ, ਨਰਕ ਵਿੱਚ ਹਾਹਾਕਾਰ ਮਚੀ ਹੋਈ ਸੀ। ਜੀਵ ਪਾਪਾਂ ਤੇ ਕੁਕਰਮਾਂ ਦਾ ਫਲ ਭੋਗ ਰਹੇ ਸਨ। ਕੋਈ ਅੱਗ ਵਿੱਚ ਸੜ ਰਿਹਾ ਸੀ, ਕੋਈ ਪੁੱਠਾ ਟੰਗਿਆ ਸੀ ਤੇ ਹੇਠਾਂ ਅੱਗ ਬਲ ਰਹੀ ਸੀ। ਕਈਆਂ ਰੂਹਾਂ ਨੂੰ ਤੇਲ ਦੇ ਕੜਾਹਿਆਂ ਵਿੱਚ ਸੁੱਟਿਆ ਗਿਆ ਸੀ। ਤਿਲਾਂ ਵਾਂਗ ਕੋਲੂ ਵਿੱਚ ਪੀੜੇ ਜਾ ਰਹੇ ਸਨ। ਵੱਡੀ ਹੈਰਾਨੀ ਦੀ ਇਹ ਗੱਲ ਸੀ ਕਿ ਉਹ ਨਾ ਮਰਦੇ ਸਨ ਨਾ ਜਿਉਂਦੇ। ਰੂਹਾਂ ਦੁੱਖਾਂ ਨੂੰ ਝੱਲਦੀਆਂ ਹੋਈਆਂ ਵਿਲ ਲਾਉਂਦੀਆਂ ਸਨ। ਉਹ ਤਰਲੇ ਪਾ ਰਹੀਆਂ ਸਨ। ਨਰਕਾਂ ਵੱਲ ਵੇਖ ਕੇ ਰਾਜੇ ਜਨਕ ਨੇ ਪੁੱਛਿਆ, ਇਹ ਕਿਹੜੀ ਥਾਂ ਹੈ? ਨਰਕ ਦੇ ਰਾਖੇ ਜਮਦੂਤ ਨੇ ਕਿਹਾ, ਮਹਾਰਾਜ ਜੀ, ਇਹ ਨਰਕ ਹਨ ਉਹਨਾਂ ਲੋਕਾਂ ਵਾਸਤੇ ਜਿਹੜੇ ਇਸ ਸੰਸਾਰ ਉੱਤੇ ਚੰਗੇ ਕੰਮ ਨਹੀਂ ਕਰਦੇ ਰਹੇ। ਉਹ ਹੁਣ ਦੁੱਖ ਪਾ ਰਹੇ ਹਨ। ਰਾਜਾ ਜਨਕ ਨੇ ਕਿਹਾ, ਇਹਨਾਂ ਨੂੰ ਹੁਣ ਛੱਡ ਦੇਣਾ ਚਾਹੀਦਾ ਹੈ। ਇਹਨਾਂ ਨੇ ਹੁਣ ਤੱਕ ਬਹੁਤ ਦੁੱਖ ਭੋਗਿਆ ਹੈ। ਦੇਖੋ ਕਿਵੇਂ ਤਰਲੇ ਪਾ ਰਹੇ ਹਨ। ਜਮ ਬੋਲੇ, ਪਰਮਾਤਮਾ ਦੇ ਹੁਕਮ ਤੋਂ ਬਿਨਾਂ ਪੱਤਾ ਨਹੀਂ ਹਿਲ ਸਕਦਾ। ਹਾਂ, ਜੇ ਕੋਈ ਪੁੰਨ ਫਲ ਦੇਵੇ ਤਾਂ ਇਹਨਾਂ ਦੀ ਵੀ ਬੰਦ ਖਲਾਸੀ ਹੋ ਸਕਦੀ ਹੈ। ਰਾਜੇ ਜਨਕ ਨੂੰ ਤਰਸ ਆ ਗਿਆ। ਉਸਨੇ ਕਿਹਾ, ਮੇਰੇ ਇੱਕ ਘੜੀ ਸਿਮਰਨ ਦਾ ਫਲ ਲੈ ਕੇ ਇਹਨਾਂ ਨੂੰ ਛੱਡ ਦਿਓ। ਜਮਾ ਨੇ ਤੱਕੜ ਮੰਗਵਾਇਆ। ਇੱਕ ਪਾਸੇ ਰਾਜੇ ਜਨਕ ਦੇ ਸਿਮਰਨ ਦਾ ਫਲ ਰੱਖਿਆ ਤੇ ਦੂਸਰੇ ਪਾਸੇ ਨਰਕੀ ਰੂਹਾਂ ਬਿਠਾਈਆਂ। ਹੌਲੀ ਹੌਲੀ ਸਾਰੀਆਂ ਨਰਕੀ ਰੂਹਾਂ ਛਾਬੇ ਤੇ ਚੜ੍ਹ ਗਈਆਂ ਤੇ ਨਰਕ ਖਾਲੀ ਹੋ ਗਏ। ਰੂਹਾਂ ਰਾਜੇ ਜਨਕ ਨਾਲ ਹੀ ਸਵਰਗਾਂ ਵੱਲ ਤੁਰ ਪਈਆਂ। ਬੜੇ ਪ੍ਰਤਾਪ ਤੇ ਸ਼ਾਨ ਨਾਲ ਰਾਜਾ ਜਨਕ ਵਾਹਿਗੁਰੂ ਦੇ ਦਰਬਾਰ ਤੇ ਉਸ ਦੇ ਦੇਵਲੋਕ ਵਿੱਚ ਜਾ ਪੁੱਜਾ। ਜਨਕ ਜਨਕ ਬੈਠੇ ਸਿੰਘਾਸਨ, ਨੌ ਮੁਨੀ ਧੂਰ ਲੈ ਲਾਵੈ ਗੋ। ਨਾਨਕ ਕਿਰਪਾ ਕਿਰਪਾ ਕਰ ਠਾਕੁਰ, ਮੈਂ ਦਾਸਨ ਦਾਸ ਕਰਾਵੈ ਗੋ। ਆਪਣੇ ਤਖਤ ਉੱਤੇ ਬੈਠੇ ਹੋਏ ਜਨਕ ਨੇ 9 ਰਿਸ਼ੀਆਂ ਦੇ ਪੈਰਾਂ ਦੀ ਧੂੜ ਲੈ ਕੇ ਆਪਣੇ ਮਸਤਕ ਨੂੰ ਲਾਈ। ਹੇ ਪ੍ਰਭੂ, ਤੂੰ ਨਾਨਕ ਤੇ ਰਹਿਮਤ ਕਰ ਅਤੇ ਕਿਰਪਾ ਧਾਰ ਅਤੇ ਉਸ ਨੂੰ ਆਪਣੇ ਗੋਲਿਆਂ ਦਾ ਗੋਲਾ ਬਣਾ ਲੈ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ ਜੀ। ਦਾਸ ਨੂੰ ਆਗਿਆ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।